ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਫਲਾइंग ਸਟਾਰ। ਅੱਜ ਅਸੀਂ ਪਹੁੰਚੇ ਹਾਂ ਸਰਹੰਦ ਮੰਡੀ ਦੇ ਵਿੱਚ ਤੇ ਆਓ ਪੁੱਛਦੇ ਇਹਨਾਂ ਤੋਂ ਵੀ ਲੋਕਡਾਊਨ ਜੋ ਸਰਕਾਰ ਨੇ ਕੀਤਾ, ਕਰੋਨਾ ਦੂਜੀ ਲਹਿਰ ਦੱਸ ਰਹੇ ਨੇ ਤੇ ਇਹਦੇ ਬਾਰੇ ਕੀ ਵਿਚਾਰ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਕਰੋਨਾ ਦੂਸਰੀ ਲਹਿਰ ਸਰਕਾਰ ਕਹਿ ਰਹੀ ਹੈ ਵੀ ਦੂਸਰੀ ਵਾਰ ਲੋਕਡਾਊਨ ਲਾਉਣ ਨੂੰ ਤਿਆਰ ਹੈ, ਅੱਧੀਆਂ ਦੁਕਾਨਾਂ ਖੁੱਲ੍ਹੀਆਂ ਪਈਆਂ, ਅੱਧੀਆਂ ਬੰਦ ਨੇ ਤੇ ਠੇਕੇ ਖੁੱਲ੍ਹੇ ਪਏ ਨੇ, ਤੁਹਾਡੇ ਦੇ ਬਾਰੇ ਕੀ ਵਿਚਾਰ ਨੇ? ਸਰ, ਗਵਰਨਮੈਂਟ ਆਪਣੇ ਬਾਰੇ ਹੀ ਸੋਚ ਰਹੀ ਹੈ, ਦੂਸਰੇ ਬੰਦੇ ਬਾਰੇ ਤਾਂ ਸੋਚ ਨਹੀਂ ਰਹੀ। ਹੁਣ ਜਿਸ ਤਰ੍ਹਾਂ ਲੋਕਡਾਊਨ ਲਾਣਾ ਤਾਂ ਮੁਕੰਮਲ ਲੋਕਡਾਊਨ ਲਾਇਆ ਜਾਵੇ। ਜਿਹੜੀ ਅਦਰ ਸਟੇਟ ਨੇ ਜਿਵੇਂ ਮੱਧ ਪ੍ਰਦੇਸ਼ ਦੇ ਅੰਦਰ ਲਗਾਇਆ ਲੋਕਡਾਊਨ, ਉਹਨਾਂ ਨੇ ਰਿਕਵਰੀ ਵੀ ਕੀਤੀ ਹੈਗੀ ਹੈ ਔਰ ਉਹਨਾਂ ਨੇ ਚੇਨ ਵੀ ਤੋੜੀ ਹੈ। ਅਗਰ ਇਸੇ ਤਰ੍ਹਾਂ ਚੱਲੇਗਾ ਤਾਂ ਲੋਕਡਾਊਨ ਦਾ ਕੋਈ ਫਾਇਦਾ ਨਹੀਂ, ਇਹਦੇ ਨਾਲ ਬਿਮਾਰੀ ਵਧੇਗੀ ਘਟੇਗੀ ਨਹੀਂ। ਸਰਕਾਰ ਤੋਂ ਬੇਨਤੀ ਇਹੀ ਕੀਤੀ ਜਾਂਦੀ ਹੈ, ਜਾਂ ਤਾਂ ਫੁੱਲ ਲੋਕਡਾਊਨ ਕਰੋ ਜਾਂ ਫਿਰ ਪਾਰਸ਼ੈਲਿਟੀ ਨਾ ਕਰੋ। ਇੱਕ ਹੋਰ ਗੱਲ ਕਹਿ ਰਹੇ ਨੇ ਵੀ ਕਹਿੰਦੇ 5G ਲਾਂਚ ਹੋ ਰਿਹਾ ਹੈ। ਹਾਂ, ਕਹਿ ਰਹੇ ਆ ਜੀ 5G ਲਾਂਚ ਹੋ ਰਿਹਾ, ਉਹਦੇ ਕਰਕੇ ਵੀ ਬਹੁਤ ਪੰਛੀਆਂ ਨੂੰ, ਵਾਤਾਵਰਨ ਨੂੰ ਬੜਾ ਨੁਕਸਾਨ ਹੈਗਾ ਤੇ ਉਹ ਵੀ ਗਵਰਨਮੈਂਟ ਨੂੰ ਰੋਕਣਾ ਚਾਹੀਦਾ ਹੈਗਾ ਤਾਂ ਕਿ ਵਾਤਾਵਰਨ ਨਾ ਖਰਾਬ ਹੋਵੇ। ਇਹ ਕਰੋਨਾ ਹੈ ਜਾਂ 5G ਹੈ, ਇਹ ਗੱਲ ਸਮਝ ਨਹੀਂ ਆਈ। ਲੋਕਾਂ ਨੂੰ ਭੰਬਲ ਭੁੱਸੇ ਵਿੱਚ ਪਾਇਆ ਹੋਇਆ। ਲੋਕ ਇਹਦੇ ਬਾਰੇ ਟੋਟਲੀ ਕਨਫਰਮ ਨਹੀਂ ਹੈਗੇ, ਕਿਸੇ ਨੂੰ ਵੀ ਹਜੇ 5G ਬਾਰੇ ਨਹੀਂ ਪਤਾ ਹੈਗਾ। ਸਿਰਫ 5G ਬਾਰੇ ਉਹਨੂੰ ਹੀ ਪਤਾ ਹੈ ਜਿਹੜਾ ਇਹਦੇ ਨਾਲ ਰਿਲੇਟਡ ਬੰਦਾ ਬਿਜ਼ਨਸ ਕਰਦਾ ਹੈਗਾ, ਉਹਨੂੰ ਥੋੜ੍ਹੀ ਬਹੁਤੀ ਨੌਲੇਜ ਹੈ। ਅਦਰਵਾਈਜ਼ ਤਾਂ ਜੋ ਵੈਬਸਾਈਟ ਦੇ ਉੱਪਰ ਜਾਂ YouTube ਦੇ ਉੱਪਰ ਦਿਖਾਇਆ ਜਾਂਦਾ ਵੀ ਵਾਤਾਵਰਨ ਨੂੰ ਨੁਕਸਾਨ ਹੈ, ਉਹੀ ਲੋਕਾਂ ਬਾਰੇ ਨੌਲੇਜ ਹੈ, ਹੋਰ ਇਸ ਤੋਂ ਵੱਧ ਨੌਲੇਜ ਨਹੀਂ ਹੈਗੀ। ਜਿਹੜੇ ਵਿਗਿਆਨੀ ਨੇ ਇਹਨਾਂ ਨੇ ਪਹਿਲਾਂ ਹੀ ਸੁਚੇਤ ਕੀਤਾ ਸੀ ਵੀ ਮਾਰਚ ਵਿੱਚ ਦੂਸਰੀ ਲਹਿਰ ਆਊਗੀ ਕਰੋਨਾ ਦੀ, ਤਾਂ ਸਰਕਾਰ ਨੇ ਇਹਦੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕੀਤੇ? ਸਰਕਾਰ ਆਪਣੀ ਵੋਟਾਂ 'ਚ ਬਿਜੀ ਸੀਗੀ, ਆਪਣੇ ਕੰਮ 'ਚ ਬਿਜੀ ਹੈਗੀ ਹੈ, ਉਹਨੂੰ ਪਬਲਿਕ ਨਾਲ ਕੁਝ ਨਹੀਂ ਹੈਗਾ। ਜਦ ਪਬਲਿਕ ਦੇ ਮਰਨ ਲੱਗਦੇ ਆ ਲੋਕ, ਆਕਸੀਜਨ ਨਹੀਂ ਮਿਲਦੀ, ਜਦ ਤੁਹਾਡੇ ਵਰਗੇ ਰਿਪੋਰਟਿੰਗ ਕਰਦੇ ਹੈਗੇ ਆ, ਫਿਰ ਅੱਖ ਖੁੱਲ੍ਹਦੀ ਹੈਗੀ, ਫਿਰ ਉਹਨੂੰ ਦਬਾਉਣ ਵਾਸਤੇ ਜੋ ਕਦਮ ਲੈਣੇ ਹੁੰਦੇ ਮਾੜੇ ਮੋਟੇ ਲੈ ਲੈਂਦੇ ਆ, ਲੇਕਿਨ ਉਹ ਵੀ ਪੂਰੇ ਨਹੀਂ ਹੁੰਦੇ ਹੈਗੇ ਆਮ ਪਬਲਿਕ ਵਾਸਤੇ। ਆ ਦੇਖੋ, ਲੋਕਾਂ ਦੁਆਰਾ ਬਣਾਈ ਗਈ ਸਰਕਾਰ ਲੋਕਾਂ 'ਤੇ ਹੀ ਹਾਵੀ ਹੋ ਰਹੀ ਹੈ। ਬਿਲਕੁਲ ਲੋਕਾਂ ਦੇ ਹੀ ਹਾਵੀ ਹੈਗੀ ਹੈ ਜੀ, ਔਰ ਇਹ ਜਿਹੜਾ ਹੈਗਾ ਕੋਈ ਇਹਦੇ 'ਚ ਇੰਪਰੂਵਮੈਂਟ ਸਾਨੂੰ ਐਟ ਪ੍ਰੈਜ਼ੈਂਟ ਨਹੀਂ ਨਜ਼ਰ ਆ ਰਹੀ ਹੈਗੀ। ਮਤਲਬ ਡੈਮੋਕ੍ਰੇਸੀ ਕਿਤੇ ਨਹੀਂ ਨਜ਼ਰ ਆ ਰਹੀ, ਡੈਮੋਕ੍ਰੇਸੀ ਦਾ ਘਾਣ ਹੋ ਰਿਹਾ ਹੈ। ਆਪਾਂ ਹਲੇ ਵੀ ਗੁਲਾਮ ਆ। ਆਜ਼ਾਦੀ ਆਪਾਂ ਨੂੰ ਮੇਰੇ ਨੂੰ ਕਿੰਨੇ ਟਾਈਮ ਹੋ ਗਏ, ਭਗਤ ਸਿੰਘ ਨੇ ਆਜ਼ਾਦੀ ਦਿਵਾਈ ਸੀ ਆਪਾਂ ਨੂੰ, ਆਪਾਂ ਹਲੇ ਵੀ ਗੁਲਾਮ ਆ ਤੇ ਆਪਾਂ ਸਰਕਾਰ ਜੋ ਕਹਿ ਰਹੀ ਆ ਆਪਾਂ ਮੰਨੀ ਜਾ ਰਹੇ ਆ, ਆਪਾਂ ਦਾ ਵਿਰੋਧ ਨਹੀਂ ਕਰ ਰਹੇ। ਸਰਕਾਰ ਦਾ ਵਿਰੋਧ ਕੋਈ ਬੰਦਾ ਕਰ ਹੀ ਨਹੀਂ ਸਕਦਾ ਕਿਉਂਕਿ ਇਹਨਾਂ ਕੋਲ ਪਾਵਰ ਹੈਗੀ ਹੈ, ਪਾਵਰ ਦੇ ਅੱਗੇ ਕੋਈ ਵੀ ਨਹੀਂ ਬੋਲ ਸਕਦਾ। ਇਹ ਸ਼ੁਰੂ ਤੋਂ ਨੀਤੀ ਰਹੀ ਹੈ, ਪਹਿਲੇ ਦਿਨ ਤੋਂ ਨੀਤੀ ਰਹੀ ਹੈ, ਜਿਹਦੇ ਕੋਲ ਪਾਵਰ ਹੈ ਉਹਦਾ ਸਭ ਕੁਝ ਹੈ। ਨਹੀਂ, ਜਿਵੇਂ ਆਪਾਂ ਅੰਗਰੇਜ਼ਾਂ ਖਿਲਾਫ ਵੀ ਲੜੇ ਸੀ, ਭਗਤ ਸਿੰਘ ਚੱਲਿਆ ਸੀ ਇਕੱਲਾ, ਉਹਦੇ ਨਾਲ ਲੋਕ ਚੱਲੇ ਸੀ ਕਿ ਉਹਨਾਂ ਵਿਰੋਧ ਕੀਤਾ ਸੀ ਅੰਗਰੇਜ਼ਾਂ ਦਾ, ਤੇ ਆਪਾਂ ਸਰਕਾਰ ਦਾ ਵਿਰੋਧ ਤਾਂ ਕਰੇ ਸਕਦੇ ਹਾਂ ਨਾ। ਸਰਕਾਰ ਦਾ ਸਰ ਕੀ ਵਿਰੋਧ ਕਰੋਗੇ? 144 ਲੱਗੀ ਹੋਈ ਹੈਗੀ ਹੈ, ਤੁਸੀਂ 4 ਬੰਦੇ ਇਕੱਠੇ ਨਹੀਂ ਹੋ ਸਕਦੇ, ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ, ਤਾਂ ਉਸ ਤੋਂ ਆਜ਼ਾਦੀ ਔਰ ਅੱਜ ਦੀ ਡੇਟ 'ਚ ਬਹੁਤ ਫਰਕ ਹੈਗਾ ਡੈਮੋਕ੍ਰੇਸੀ। ਇਹ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਇਹ ਡਿਕਟੇਟਰਸ਼ਿਪ ਡੈਮੋਕ੍ਰੇਸੀ ਹੈ। ਨਹੀਂ, 4 ਬੰਦਿਆਂ ਨਾਲ ਨਹੀਂ, ਜੇ ਆਪਾਂ ਇਕੱਲੇ ਸਾਰੇ ਘਰੋਂ ਨਿਕਲੀਏ ਤਾਂ ਸਰਕਾਰ ਕੁਝ ਨਹੀਂ ਕਰ ਸਕਦੀ। ਤੇ ਸਰਕਾਰ ਤਾਂ ਘੁੱਟਣੇ ਟੇਕ ਦੂ ਆਪਣੇ ਅੱਗੇ ਜੇ ਆਪਾਂ ਸਾਰੇ ਇਕੱਠੇ ਹੋ ਜਾਈਏ। ਹੁਣ ਦੇਖੋ ਉੱਥੇ 4-5 ਲੱਖ ਬੰਦਾ ਬੈਠਾ ਹੈ ਸਿੰਘੂ ਬਾਰਡਰ 'ਤੇ, ਉਹਦੇ ਨਾਲ ਸਰਕਾਰ ਨੂੰ ਕੋਈ ਅਸਰ ਨਹੀਂ ਪੈ ਰਿਹਾ। ਤੇ ਘਰੋਂ ਇੱਕ ਬੰਦਾ ਜਾਵੇ ਸਿੰਘੂ ਬਾਰਡਰ 'ਤੇ ਤਾਂ ਸਰਕਾਰ ਨੂੰ ਕਿੰਨਾ ਅਸਰ ਪਵੇ? ਸਰ, ਸਰਕਾਰ ਨੂੰ ਅੱਜ ਦੀ ਡੇਟ 'ਚ ਕਿਸੇ ਬੰਦੇ ਦਾ ਕੋਈ ਸਰਕਾਰ ਨਹੀਂ, ਕੋਈ ਨਹੀਂ। ਉਹਨੂੰ ਤਾਂ ਸਿਰਫ ਜਦ ਇਲੈਕਸ਼ਨ ਹੁੰਦੇ ਆ ਉਸ ਵੇਲੇ ਉਹਨੂੰ ਬੰਦੇ ਦੀ ਲੋੜ ਹੁੰਦੀ ਹੈ, ਅਦਰਵਾਈਜ਼ ਤੁਹਾਡੀ ਕਿਸੇ ਵੀ ਬੰਦੇ ਦੀ ਕੋਈ ਲੋੜ ਨਹੀਂ ਸਰਕਾਰ ਨੂੰ। ਮਤਲਬ ਆਪਾਂ ਨੇ ਸਾਰੀ ਉਮਰ ਗੁਲਾਮ ਬਣ ਕੇ ਹੀ ਰਹਿਣਾ ਜੀ। ਬਿਲਕੁਲ ਬਿਲਕੁਲ ਇਹੀ ਹਾਲ ਚੱਲ ਰਿਹਾ ਜੀ, ਔਰ ਇਹੀ ਚੱਲੇਗਾ ਹਜੇ ਜੋ ਨੀਤੀ ਹੈ, ਕਿਉਂਕਿ ਜਦ ਤੱਕ ਤੁਸੀਂ ਪੜ੍ਹੇ ਲਿਖੇ ਬੰਦਿਆਂ ਨੂੰ ਨਹੀਂ ਚੁਣੋਗੇ ਤੁਸੀਂ ਤਾਂ ਤੁਹਾਡਾ ਕੁਝ ਨਹੀਂ ਹੋਣਾ ਹੈਗਾ। ਪੜ੍ਹੇ ਲਿਖੇ ਬੰਦੇ ਕਰਤੇ ਤੁਸੀਂ ਪਿੱਛੇ, ਜਿਹੜੇ ਸੀਗੇ ਦੂਸਰੇ ਬੰਦੇ ਉਹ ਕਰਤੇ ਅੱਗੇ। ਇਹ ਹੱਕ ਤਾਂ ਬਣੇ ਘੋੜੇ ਚੁਣਨ ਬਾਰੇ ਵੀ, ਆਪਾਂ ਕਿਹਨੂੰ ਚੁਣਨਾ, ਵੀ ਆਪਾਂ ਹੀ ਵੋਟਾਂ ਪਾਉਣੀਆਂ, ਆਪਾਂ ਹੀ ਲਿਆਉਣਾ ਸਰਕਾਰ ਅੱਗੇ, ਫਿਰ ਆਪਾਂ ਹੀ ਗਾਲਾਂ ਕੱਢਦੇ ਹਾਂ ਸਰਕਾਰ ਨੂੰ। ਨਹੀਂ, ਅਸੀਂ ਗਾਲਾਂ ਨਹੀਂ ਕੱਢਦੇ ਹੈਗੇ, ਅਸੀਂ ਜਿਹੜੇ ਹੈਗੇ ਸਹੀ ਵੋਟ ਪਾਉਂਦੇ ਹੈਗੇ ਆ, ਲੇਕਿਨ ਜਿਹੜੇ ਦੂਸਰੇ ਬੰਦੇ ਵੋਟਾਂ ਖਰੀਦਦੇ ਨੇ ਜਾਂ ਆਪਣਾ ਮਾਨ ਸਨਮਾਨ ਆਪਣੇ ਹਿਸਾਬ ਨਾਲ ਜਿਹੜੇ ਚੱਲਦੇ ਨੇ, ਉਹਨਾਂ ਕਰਕੇ ਇਹ ਸਰਕਾਰਾਂ ਜਿੱਤਦੀਆਂ। ਔਰ ਇਹ ਕਿਆ ਪਤਾ ਲੱਗਦਾ ਸਰਕਾਰ ਕੱਲ੍ਹ ਨੂੰ ਕਿਹੜੇ ਬੰਦੇ ਦੀ ਆ ਜਾਂਦੀ ਹੈਗੀ ਆ। ਨਹੀਂ, ਹੁਣ ਤੁਸੀਂ ਦੇਖੋ ਉੱਥੇ ਇਹ TMC ਦੀ ਸਰਕਾਰ ਬਣੀ ਆ ਬੰਗਾਲ ਦੇ ਵਿੱਚ, ਇਮਾਨਦਾਰ ਮੁੱਖ ਮੰਤਰੀ ਆ ਉਹ ਮਮਤਾ ਬੈਨਰਜੀ, ਤੇ ਉਹ ਵੀ ਸਰਕਾਰ ਬਣੀ ਆ, ਫਿਰ ਉੱਥੇ ਤਾਂ ਕੋਈ ਧੱਕਾ ਹੋਇਆ ਨਹੀਂ ਨਾ। ਮਮਤਾ ਬੈਨਰਜੀ ਜਿਹੜੀ ਹੈਗੀ ਆ ਉਹਦੇ 'ਚ ਇੱਕ ਲੀਡਰਸ਼ਿਪ ਦੀ ਭਾਵਨਾ ਵੀ ਹੈਗੀ ਆ, ਉਹਨੇ ਲੋਕਾਂ ਦੀ ਮਦਦ ਵੀ ਕਰਦੀ ਹੈ, ਉਹ ਪੈਦਲ ਚੱਲਦੀ ਹੈ, 10 ਤੋਂ 12 ਕਿਲੋਮੀਟਰ ਡੇਲੀ ਪੈਦਲ ਕਰਦੀ ਹੈਗੀ ਆ। ਉਹਦਾ ਇਹ ਮੁਕਾਬਲਾ ਅੱਜ ਦੇ ਅੰਦਰ ਇੰਡੀਆ 'ਚ ਉਹਦੇ ਮੁਕਾਬਲੇ ਦਾ ਲੀਡਰ ਨਹੀਂ ਹੈਗਾ, ਔਰ ਇੱਕ ਲੇਡੀ ਹੋਣ ਦੇ ਨਾਤੇ ਵੀ ਉਹਨੇ ਜੋ ਕੰਮ ਕਰਕੇ ਦਿਖਾਤੇ ਉਹ ਦੂਸਰਾ ਕੋਈ ਦਿਖਾ ਨਹੀਂ ਸਕਦਾ। ਔਰ ਸਰ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜੇ ਬੰਦੇ ਆ ਨਾ ਨੌਲੇਜ ਨਹੀਂ ਰੱਖਦੇ ਹੈਗੇ, ਅਸੀਂ ਸਿਰਫ ਜੋ ਦਿਖਦਾ ਹੈਗਾ, ਜੋ ਡਿਸਪਲੇ ਹੁੰਦਾ ਉਹਦੇ ਮਗਰ ਦੌੜਦੇ ਆ। ਜਿਹੜੇ ਬੰਦੇ ਦੀ ਐਡਵਰਟਾਈਜ਼ਮੈਂਟ ਜ਼ਿਆਦਾ ਹੋਏਗੀ ਬੰਦਾ ਉਹਦੇ ਮਗਰ ਦੌੜੇਗਾ, ਬਸ ਇਹ ਟ੍ਰੈਂਡ ਹੈ ਹਿੰਦੁਸਤਾਨ ਦਾ। ਆਪਣੀ ਪਾਪੂਲੇਸ਼ਨ ਹੈ ਜਿਹੜੀ ਜ਼ਿਆਦਾ ਅਨਪੜ੍ਹ ਹੈ, ਬਿਲਕੁਲ ਉਹਨਾਂ ਕੋਲ ਹੀ ਜਾ ਰਹੀ ਹੈ, ਉਹਨਾਂ ਨੂੰ ਸਾਰੇ ਬੈਨੀਫਿਟ ਦੇ ਰਹੀ ਹੈ। ਮੈਂ ਹੁਣ ਬੈਠਾ ਹੈਗਾ, ਮੈਨੂੰ ਬੈਨੀਫਿਟ ਕੋਈ ਪੈਸੇ ਦਾ ਨਹੀਂ, ਨਾ ਮੈਨੂੰ 1 ਪੈਸੇ ਦੀ ਕੋਈ ਵਿੱਦਿਆ ਜਿਹੜੀ ਸਟੂਡੈਂਟ ਨੂੰ ਦਿੰਦੇ ਆ ਉਹ ਕੋਈ ਮੈਨੂੰ ਫ੍ਰੀ ਨਹੀਂ, ਮੈਨੂੰ ਕੋਈ ਮੈਡੀਕਲ ਫ੍ਰੀ ਨਹੀਂ ਹੈਗਾ, ਮੈਨੂੰ ਕੋਈ ਚੀਜ਼ ਨਹੀਂ। ਔਰ ਜਦ ਕਿ ਸਰਕਾਰ ਨੂੰ ਮੈਂ ਸਾਰਾ ਕੁਝ ਦਿੰਦਾ ਹੈਗਾ, ਸਰਕਾਰ ਮੈਨੂੰ 1 ਪੈਸੇ ਦਾ ਕੁਝ ਨਹੀਂ ਦਿੰਦੀ ਹੈਗੀ, ਬਸ ਸਾਨੂੰ ਕੁਝ ਨਹੀਂ ਮਿਲਦਾ ਜੀ। ਸਾਨੂੰ ਤਾਂ ਬਸ ਇੱਕ ਸਟੈਂਪ ਮਿਲੀ ਹੋਈ ਵੀ ਅਸੀਂ ਇੰਡੀਅਨ ਆ। ਲੋਕਡਾਊਨ ਦਾ ਲੋਕਾਂ ਤੇ ਦੁਕਾਨਦਾਰਾਂ ਤੇ ਕੀ ਅਸਰ ਪੈ ਰਿਹਾ? ਦੁਕਾਨਦਾਰਾਂ ਦਾ ਇਹ ਅਸਰ ਪੈ ਰਿਹਾ ਜੀ, ਅਸੀਂ ਵਿਹਲੇ ਆ, ਬੇਰੁਜ਼ਗਾਰ ਹੋ ਗਏ, ਕੰਮਕਾਰ ਹੈ ਨਹੀਂ ਜੀ।
ਸਾਰਾ ਬਾਜ਼ਾਰ ਬੰਦ ਹੈ, ਭੁੱਖੇ ਮਰਨ ਵਾਲਾ ਕੰਮ ਹੈ ਸਰ। ਇਹ ਫਿਰ ਤੋਂ ਵੀ ਸਰਕਾਰ ਤੁਹਾਨੂੰ ਕੋਈ ਰੁਜ਼ਗਾਰ ਪੱਤਾ ਨਹੀਂ ਦੇ ਰਹੀ? ਬਿਲਕੁਲ ਰੁਜ਼ਗਾਰ ਭੱਤਾ ਨਹੀਂ ਦੇ ਰਹੀ ਸਰਕਾਰ। ਜੋ ਸਰਕਾਰ ਨੂੰ ਹੁਕਮ ਹੋਏ ਨੇ ਉਹਦੀ ਅਸੀਂ ਪਾਲਣਾ ਕਰ ਰਹੇ ਹਾਂ। ਅਸੀਂ ਸਰਕਾਰ ਤੋਂ ਬਾਹਰ ਨਹੀਂ ਹੈ। ਜਿਵੇਂ ਸਰਕਾਰ ਕਹੇਗੀ ਅਸੀਂ ਹੁਕਮ ਦਾ ਪਾਲਣ ਕਰਦੇ ਰਹਾਂਗੇ। ਤੁਹਾਡੇ ਕੀ ਵਿਚਾਰ ਨੇ ਜੀ ਕਰੋਨਾ ਬਾਰੇ? कोरोना वाले बेचारे जो सरकार कर रहे, चलो कोरोना का खतरा पर हिंदुस्तान बहुत है, पर इधर दुकानदार काम भी बहुत घट है जी। हुण मार्केट च देखो बिल्कुल बेरोजगार बैठे जी। हुण बच्चे रोटी दल दसो कितने करनगे रोटी। सरकार को चाहिए भी कुछ ना कुछ करे इन्हां नूं। हाँ, हैल्प करनी चाहिए। ਤੁਸੀਂ ਵਿਰੋਧ ਕਿਉਂ ਨਹੀਂ ਕਰ ਰਹੇ ਸਰਕਾਰ ਦਾ? विरोध सरकार अगे बोल नहीं सकते जी। किहड़ा देखो सरकार है जी, ਉਹਦਾ किस विरोध करे जी। ਜੇ ਆਪਾਂ ਇਦਾਂ ਹੀ ਬੈਠੇ ਰਹੇ ਤੇ ਫਿਰ ਆਪਾਂ ਦਾ ਇਹ ਮਤਲਬ ਗੁਲਾਮ, ਆਪਣੀ ਕੋਈ ਆਜ਼ਾਦੀ ਨਾ ਹੋਈ ਨਾ, ਆਪਣੀ ਆਵਾਜ਼ ਚੱਕਣ ਦੀ ਆਪਣੀ ਪੂਰੀ ਫੁੱਲ ਆਜ਼ਾਦੀ। ਆਪਾਂ ਆਜ਼ਾਦ ਹੋਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਤੇ ਆਪਾਂ ਫਿਰ ਵੀ ਗੁਲਾਮ ਆ। नहीं है तो चलो डेमोक्रेसी है, ऐसा गणतंत्र ही है अपना देश। ऐसी गल नहीं है। इंडिया रिच कंट्री है पूरे ऊपर। इंडिया रिच कंट्री है ऊपर, पर भारत एक अमीर है पर बस ही गरीब है। ਦੇਖੋ ਜਦੋਂ ਸਕੂਲ ਕਾਲਜ ਬੰਦ ਸੀਗੇ, ਸਰਕਾਰ ਰੈਲੀਆਂ ਕਰ ਰਹੀ ਸੀ, ਕੀ ਗੱਲ ਰੈਲੀਆਂ ਵਿੱਚ ਕਰੋਨਾ ਨਹੀਂ ਸੀ? नहीं सब हो रहा है जी। वो चलो पब्लिक नाल है जी, गौरमेंट नाल चल रही जो जी अपना हुक्म सरकार करते वो करना ही पैंदा जी। देखो हुण सामने बाजार गए, बाजार बंद है जी। हुण पुलिस वाले जो खोलेंगे जदे अगले शटर ज्यादा कर देंगे, करन की जी। हुण कुछ बच्चों ले जाना ਇਹਦਾ ਲੇਬਰ ਹੀ ਖਤਮ ਹੋ ਗਈ ਜੀ। ਸਭ ਕੁਝ ਖਤਮ ਹੋ ਗਿਆ ਜੀ ਹੁਣ। ਹਾਂਜੀ, ਇਹਨਾਂ ਨਾਲ ਗੱਲ ਕਰਦੇ ਆ। ਤੁਹਾਡੀ ਆਪਣੀ ਕਾਹਦੀ ਦੁਕਾਨ ਹੈ ਜੀ? ਆਪਣੀ ਜੀ ਬੁੱਟਾਂ ਦੀ ਦੁਕਾਨ ਹੈ ਜੀ ਸਰ। ਤੁਹਾਡੀ ਦੁਕਾਨ ਹੀ ਬੰਦ ਹੈ ਜੀ ਅੱਜ? ਬੰਦ ਹੈ ਜੀ, ਬੰਦ। ਬਹੁਤ ਦੁਖੀ ਹੈ ਜੀ ਅਸੀਂ। ਸ਼ਨੀਵਾਰ ਤੋਂ ਪੂਰਾ ਬੰਦ ਹੈ, ਬਾਕੀ ਸਾਰਾ ਕੁਝ ਖੁੱਲ੍ਹਾ ਹੈ। ਦੁਕਾਨਾਂ ਸਾਡੀਆਂ ਬੁੱਟਾਂ ਵਾਲੀਆਂ, ਮਨਿਆਰੀ ਦੀਆਂ, ਕੱਪੜੇ ਦੀ ਬੰਦ ਹੈ। ਇੱਥੇ ਕਰੋਨਾ ਨਹੀਂ ਹੁੰਦਾ ਹੈਗਾ, ਬਾਕੀ ਤੇ ਇੱਥੇ ਹੀ ਕਰੋਨਾ ਹੁੰਦਾ ਹੈ ਇਹਨਾਂ ਦੁਕਾਨਾਂ ਤੇ, ਬਾਕੀ ਕੋਈ ਕਰੋਨਾ ਨਹੀਂ। ਵਿੱਚ ਜਿਹੜੇ ਠੇਕੇ ਤਾਂ ਖੁੱਲੇ ਰੱਖਦੇ ਨੇ ਵੀ ਠੇਕੇ ਨਾਲ ਸਰਕਾਰ ਨੂੰ ਉਹਨਾਂ ਤੋਂ ਆਮਦਨ ਹੁੰਦੀ ਹੈ ਹਾਂਜੀ, ਹਾਂਜੀ। ਤੇ ਬਾਕੀ ਦੁਕਾਨਾਂ ਬੰਦ ਨੇ, ਇਹ ਕੀ ਚੱਕਰ ਹੈ? ਇਹ ਠੇਕੇ ਦੀ ਆਮਦਨ ਜ਼ਿਆਦਾ ਹੀ ਸਰਕਾਰ ਨੂੰ, ਸਰਕਾਰ ਦੇ ਆਪਣੇ ਠੇਕੇ ਚੱਲ ਰਹੇ ਆ, ਇਸ ਕਰਕੇ ਇਹਨਾਂ ਨੇ ਖਿਲਾਤੇ। ਸਾਰਾ ਕੁਝ ਹੀ ਖੁੱਲ੍ਹਾ, ਬਸ ਇੱਕ 5-4 ਆਈਟਮਾਂ ਜਿਹੜੀਆਂ ਮਨਿਆਰੀ, ਕੱਪੜਾ, ਜੁੱਤੀਆਂ, ਇਹ ਬੰਦ ਹੈ। ਤੁਹਾਨੂੰ ਵਿਰੋਧ ਕਰਨਾ ਚਾਹੀਦਾ ਨਾ ਵੀ ਯਾਰ ਠੇਕੇ ਖੁੱਲੇ ਪਏ ਨੇ, ਸਾਡੀਆਂ ਦੁਕਾਨਾਂ ਕਿਉਂ ਨਹੀਂ ਖੋਲ ਰਹੇ ਤੁਸੀਂ? ਵੀ ਸਾਡਾ ਰੁਜ਼ਗਾਰ ਕਿੱਦਾਂ ਚੱਲੂਗਾ? ਅਸੀਂ ਬੱਚੇ ਕਿਵੇਂ ਪਾਲਾਂਗੇ? ਆਪਣੇ ਪਰਿਵਾਰ ਕਿੱਦਾਂ ਚਲਾਵਾਂਗੇ? ਉਹੀ ਤਾਂ ਕਾਫੀ ਵਾਰੀ ਮੰਗ ਕਰ ਚੁੱਕੇ ਹਾਂ ਵੀ ਜਾਂ ਤਾਂ ਸਾਨੂੰ ਵੀ ਖਰਚਾ ਪਾਣੀ ਸਰਕਾਰ ਦੇਵੇ, ਸਾਡਾ ਘਰ ਦਾ ਰਾਸ਼ਨ ਚਲਾਵੇ, ਬੈਂਕ ਦੀ ਕਿਸ਼ਤਾਂ ਦੇਵੇ। ਇਹਦੇ 'ਤੇ ਕੋਈ ਸੁਣਵਾਈ ਨਹੀਂ ਸਾਡੇ ਕੋਲ। ਨਹੀਂ, ਬਸ ਲੋਕਡਾਊਨ ਕਰਦੇ ਹੁਕਮ ਚਲਾ ਦਿੰਦੇ ਵੀ ਬਾਜ਼ਾਰ ਬੰਦ ਹੈ ਹੀ ਬੰਦ ਹੈ। ਇਹ ਸਰਕਾਰ ਲੋਕਡਾਊਨ ਤਾਂ ਕਰ ਦਿੰਦੀ ਹੈ ਤੇ ਦਿੰਦੀ ਕੁਝ ਹੈ ਨਹੀਂ ਕਿਸੇ ਨੂੰ ਵੀ ਰੁਜ਼ਗਾਰ ਪੱਤਾ ਹੀ ਦੇ ਦੇਵੇ, ਕੋਈ ਫੰਡ ਦੇਵੇ ਹੈ ਨਾ। ਸਰ ਜਿਵੇਂ ਇੱਥੇ ਦਿੱਲੀ 'ਚ ਕੇਜਰੀਵਾਲ ਦੇ ਰਿਹਾ, ਰਿਕਸ਼ੇ ਵਾਲਿਆਂ ਨੂੰ 5-5 ਹਜ਼ਾਰ ਪਾ ਰਿਹਾ ਅਕਾਊਂਟਾਂ ਵਿੱਚ, ਤੇ ਕੈਪਟਨ ਅਮਰਿੰਦਰ ਕੁਝ ਨਹੀਂ ਕਰ ਰਿਹਾ। ਇੱਥੇ ਕੁਝ ਨਹੀਂ ਕਰ ਰਹੀ, ਕਿਸੇ ਨੂੰ ਵੀ ਕੁਝ ਨਹੀਂ ਮਿਲ ਰਿਹਾ ਹੈਗਾ ਬਸ। ਹਾਂਜੀ, ਤੁਹਾਡੇ ਕੀ ਵਿਚਾਰ ਨੇ ਜਿਹੜਾ ਲੋਕਡਾਊਨ ਲਾ ਰਹੀ ਹੈ ਸਰਕਾਰ ਦੂਜੀ ਵਾਰੀ ਤੇ ਕਹਿੰਦੇ ਕਰੋਨਾ ਦੂਸਰੀ ਲਹਿਰ ਆ ਗਈ? ਤੁਸੀਂ ਇਹਨੂੰ ਮੰਨਦੇ ਹੋ ਵੀ ਦੂਜੀ ਲਹਿਰ ਹੈ? ਨਹੀਂ ਇਹ ਸਰਕਾਰ ਦੀ ਚਾਲ ਹੈ? ਚਾਹੇ ਸਰਕਾਰ ਦੀ ਚਾਲ ਆ ਬਿਲਕੁਲ ਹੀ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਕੜੀਆਂ ਦਾ ਕੰਮ ਕਰਦਾ ਜੀ, ਇੱਥੇ ਛੋਟੇ ਇੱਥੇ ਲਾਉਂਦਾ ਮੈਂ ਦੁਕਾਨ ਤੇ। ਤੇ ਤੁਸੀਂ ਹੁਣ ਤੁਹਾਡਾ ਰੁਜ਼ਗਾਰ ਕਿੱਦਾਂ ਚੱਲਦਾ? ਸਾਡਾ ਰੁਜ਼ਗਾਰ ਬੰਦ ਹੋਇਆ ਵਾ ਬਿਲਕੁਲ ਹੀ। ਇਹਦਾ ਬਹੁਤ ਔਖਾ ਜੀ ਫਿਰ। ਹਾਂਜੀ ਹਾਂ, ਇਹ ਤਾਂ ਭੁੱਖੇ ਮਰਨ ਵਾਲਾ ਕੰਮ ਹੋਇਆ ਵਾ। ਹਾਂਜੀ, ਤੁਹਾਡੇ ਤੋਂ ਪੁੱਛਦੇ ਹਾਂ, ਤੁਸੀਂ ਕੀ ਕਰਦੇ ਹੋ? ਅਸੀਂ ਪੜ੍ਹਦੇ ਸੀ ਸੋਕਾ ਸਕੂਲ 'ਚ। ਤੁਹਾਡੇ ਵੀ ਸਕੂਲ ਬੰਦ ਪਏ ਨੇ, ਫਿਰ ਅੱਗੇ ਫਿਊਚਰ ਖਰਾਬ ਹੋ ਰਿਹਾ ਨਾ। ਹਾਂਜੀ, ਤੇ ਸਰਕਾਰ ਲਈ ਕੀ ਤੁਸੀਂ ਮੰਗ ਕਰਦੇ ਹੋ ਵੀ ਸਾਡੇ ਸਕੂਲ ਖੋਲ੍ਹੇ ਜਾਣ? ਸਕੂਲ ਖੋਲ੍ਹੇ ਜਾਣ ਤੇ ਦੁਬਾਰਾ ਪੇਪਰ ਵੀ ਲਏ ਜਾਣ ਤੇ ਪੜ੍ਹਾਈ ਵਧੀਆ ਹੋਵੇ। ਇਹ ਸਰਕਾਰ ਸਕੂਲ ਬੰਦ ਕਰਕੇ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀ ਹੈ ਤੇ ਦੁਕਾਨਾਂ ਬੰਦ ਕਰਕੇ ਇਹਨਾਂ ਰੁਜ਼ਗਾਰ ਮਾਰ ਰਹੀ ਹੈ। ਤੇ ਵੀ ਤੁਸੀਂ ਸਰਕਾਰ ਨੂੰ ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਜ਼ਿਆਦਾਤਰ ਸਕੂਲ ਖੋਲ੍ਹ ਦੇਣ ਬਸ, ਔਰ ਪੜ੍ਹਾਈ ਵਧੀਆ ਹੋਵੇ। ਸਰਕਾਰ ਕਹਿੰਦੀ ਕਰੋਨਾ ਫੈਲ ਰਿਹਾ ਸਕੂਲਾਂ 'ਚ ਤੇ ਠੇਕੇ ਸ਼ਰੇਆਮ ਖੁੱਲ੍ਹੇ ਪਏ ਨੇ। ਬਸ ਸ਼ਰਾਬ ਪੀਣ ਵਾਲੇ ਬਸ ਉਹ ਤਾਂ ਠੇਕੇ ਖੋਲ੍ਹ ਹੀ ਦਿੱਤੇ, ਉਹਨਾਂ ਨੂੰ ਪਤਾ ਹੈ ਰੋਜ਼ ਪੈਸਾ ਆਉਣਾ। ਹਾਂਜੀ, ਤੁਹਾਡੇ ਕੀ ਵਿਚਾਰ ਨੇ ਜੀ? ਇਹ ਜਿਹੜਾ ਦੂਸਰਾ ਲੋਕਡਾਊਨ ਲਾ ਰਹੇ ਨੇ ਸਰਕਾਰ, ਕਹਿੰਦੇ ਕਰੋਨਾ ਦੀ ਦੂਸਰੀ ਲਹਿਰ ਹੈ, ਵਿੱਚ ਇਹਨੂੰ 5G ਦਾ ਨਾਮ ਦੇ ਰਹੇ ਨੇ ਵੀ 5G ਹੈ, 5G ਲਾਂਚ ਕਰ ਰਹੇ ਨੇ, ਉਹਦੇ ਨਾਲ ਵੀ ਲੋਕ ਮਰ ਰਹੇ ਨੇ। ਤੇ ਕਰੋਨਾ ਹੈ ਕਿ 5G ਹੈ, ਇਹ ਸਮਝ ਨਹੀਂ ਆ ਰਹੀ। ਨਹੀਂ ਦੇਖੋ ਸਰ, ਇਹਦਾ ਨਾ ਸਰਕਾਰ ਨੂੰ ਪਤਾ ਨਾ ਸਾਨੂੰ ਪਤਾ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਹੈ ਕੀ। ਇਹ ਤਾਂ ਬਾਅਦ 'ਚੋਂ ਕਲੀਅਰ ਹੋਏਗਾ ਤਾਂ ਪਤਾ ਲੱਗੇਗਾ। ਮੈਨੂੰ ਐਂ ਦੱਸੋ, ਹੁਣ ਲੋਕਡਾਊਨ ਲਗਾਤੇ ਇਹਨਾਂ ਨੇ, ਠੀਕ ਹੈ, ਕਿ ਸਰਕਾਰ ਨੂੰ, ਪੁਲਿਸ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਪਬਲਿਕ ਫਿਰ ਰਹੀ ਹੈ, ਉਰੇ ਫਿਰ ਰਹੀ ਹੈ ਨਾ, ਖੁੱਲ੍ਹੇਆਮ ਫਿਰ ਰਹੀ ਹੈ, ਕਿ ਅਗਲੇ ਇੰਜੋਇਮੈਂਟ ਕਰੇਗਾ? ਕਰਫਿਊ ਲਗਾਇਆ ਵਾ ਇਹ, ਠੀਕ ਹੈ ਨਾ, ਠੇਕੇ ਖੁੱਲ੍ਹੇ ਨੇ, ਚੱਲ ਕੋਈ ਸ਼ੌਪ ਹੈ। ਤੁਸੀਂ ਮੈਨੂੰ ਇੱਕ ਵੀ ਮੈਨੂੰ ਐਂ ਦੱਸ ਦਿਓ ਵੀ ਇਹਦੇ ਨਾਲ ਰੁਕ ਸਕਦਾ ਕਰੋਨਾ? ਨਾ ਜੀ। ਹੈ, ਮੈਂ ਤੁਹਾਡੀ ਉਹ ਸੋਚ ਪੁੱਛ ਰਿਹਾ, ਨਹੀਂ ਰੁਕ ਸਕਦਾ ਨਾ। ਫਿਰ ਇਹ ਕਾਹਦੇ ਵਾਸਤੇ ਇੰਜੋਇਮੈਂਟ ਦੁਕਾਨਦਾਰਾਂ ਨੂੰ ਕਰਾ ਰਹੇ ਨੇ?
ਜਾਂ ਤਾਂ ਪ੍ਰੋਪਰਲੀ ਹੀ ਬੰਦ ਹੋਣਾ ਚਾਹੀਦਾ ਜਾਂ ਫਿਰ ਪ੍ਰੋਪਰਲੀ ਖੋਲ੍ਹ ਦੇਣਾ, ਠੀਕ ਹੈ ਕਿ ਨਹੀਂ। ਹਰ ਬੰਦਾ ਤੜਫਦਾ ਫਿਰਦਾ, ਕਿਹਨੂੰ ਕੰਮ ਨਹੀਂ ਹੈਗਾ। ਹਰ ਮਾਰਕੀਟ 'ਚ ਹਰ ਗਲੀ 'ਚ ਤੁਹਾਨੂੰ ਬੰਦੇ ਮਿਲਣਗੇ ਉਰੇ, ਠੀਕ ਹੈ ਨਾ। ਆਹ ਦੁਕਾਨ ਖੁੱਲ੍ਹੀ ਆ, ਉਹ ਦੁਕਾਨ ਖੁੱਲ੍ਹੀ ਆ, ਉਹ ਦੁਕਾਨ ਬੰਦ ਹੈ, ਕਿਆ ਗੱਲ ਉੱਥੇ ਇੱਥੇ ਹੈ ਨਹੀਂ। ਆਪਾਂ ਵੀ 4 ਬੰਦੇ ਖੜੇ ਹਾਂ। ਇਹ ਕੀ ਚੱਕਰ, ਦੁਕਾਨ ਵਿੱਚ ਖੁੱਲੀਆਂ ਨੇ ਵਿੱਚ ਬੰਦ ਪਈਆਂ ਨੇ, ਸਾਰੀਆਂ ਕਿਉਂ ਬੰਦ ਨਹੀਂ ਫਿਰ ਜਾਂ ਸਾਰੀਆਂ ਬੰਦ ਕਰਨ? ਪੁੱਛ ਰਿਹਾ ਵੀ ਇਹ ਗੱਲ ਦਾ ਸਰਕਾਰ ਨੂੰ ਨਹੀਂ ਪਤਾ, ਪੁਲਿਸ ਵਾਲਿਆਂ ਨੂੰ ਨਹੀਂ ਪਤਾ ਉਰੇ ਵੀ ਪਬਲਿਕ ਫਿਰ ਰਹੀ ਹੈ, ਦੁਕਾਨਾਂ ਖੁੱਲੀਆਂ ਨੇ, ਬਾਕੀ ਕੁਝ ਘਰ ਬੈਠੇ ਨੇ, ਕੁਝ ਮਾਰਕੀਟ 'ਚ ਬੈਠੇ ਨੇ। ਮਤਲਬ ਸ਼ਰੇਆਮ ਧੱਕਾ ਹੋ ਰਿਹਾ। ਧੱਕਾ ਤਾਂ ਸਭ ਨਾਲੇ ਹੋ ਰਿਹਾ, ਜਾਂ ਤਾਂ ਅਸੀਂ ਕਹਿ ਰਹੇ ਪ੍ਰੋਪਰਲੀ ਬੰਦ ਕਰ ਦਿਓ ਜਾਂ ਪ੍ਰੋਪਰਲੀ ਖੋਲ੍ਹ ਦਿਓ। ਇਹ ਤਾਂ ਵਿੱਚ ਵਿਚਾਲੇ ਬਾਤ ਤੁਸੀਂ ਕਹਿ ਕੇ ਥਾਣਿਆਂ 'ਚ ਬੈਠੇ ਨੇ, ਸਰਕਾਰ ਆਪਣੀ ਜਗ੍ਹਾ ਬੈਠੀ ਆ। ਹੁਣ ਇਸ ਵਾਰ 15 ਦਿਨ ਵਾਸਤੇ ਬੰਦ ਕਰਤਾ ਜੀ, 10 ਦਿਨ ਵਾਸਤੇ ਬੰਦ ਕਰਤਾ। ਯਾਰ ਬੰਦ ਕਰਤਾ ਦਿੱਤਾ, ਪ੍ਰੋਪਰਲੀ ਤਾਂ ਕੁਝ ਵੀ ਬੰਦ ਨਹੀਂ ਨਾ ਹੈਗਾ ਇੱਥੇ। ਹੁਣ ਠੇਕੇ ਖੋਲ੍ਹੇ, ਜਾ ਕੇ ਲੈ ਲਓ ਦਾਰੂ ਜਿੰਨੀ ਮਰਜ਼ੀ ਪੀ ਲਾ, ਕਿਆ ਗੱਲ ਉੱਥੇ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਉਂਦੀ ਹੈਗੀ। ਕਿਉਂਕਿ ਠੇਕਿਆਂ ਨੂੰ ਸਰਕਾਰ ਨੂੰ ਆਮਦਨ ਹੁੰਦੀ ਹੈ ਨਾ, ਇਸ ਕਰਕੇ ਠੇਕੇ ਖੁੱਲੇ ਪਏ ਨੇ ਤੇ ਸਕੂਲ ਬੰਦ ਪਏ ਨੇ। ਭਵਿੱਖ ਖਰਾਬ ਹੋ ਰਿਹਾ ਬੱਚਿਆਂ ਦਾ ਤੇ ਠੇਕੇ ਖੁੱਲ ਰਹੇ ਨੇ, ਸ਼ਰਾਬ ਵਿਕ ਰਹੀ ਹੈ, ਉਹ ਤਾਂ ਸਰਕਾਰ ਨੂੰ ਆਮਦਨ ਹੋ ਰਹੀ ਹੈ। ਬਿਲਕੁਲ ਉਹੀ ਗੱਲ ਆ ਨਾ, ਉਹ ਪਬਲਿਕ ਬਾਰੇ ਨਹੀਂ ਸੋਚ ਰਹੀ, ਸਰਕਾਰ ਆਪਣੇ ਬਾਰੇ ਸੋਚ ਰਹੀ ਹੈ। ਬਹੁਤ ਬੰਦੇ ਇਹੋ ਜਿਹੇ ਨੇ ਜਿਹਨੇ ਸਵੇਰੇ ਕਮਾਉਣਾ, ਸ਼ਾਮ ਨੂੰ ਖਾਣਾ, ਠੀਕ ਹੈ ਕਿ ਨਹੀਂ। ਉਹਦੇ ਬਾਰੇ ਕਿਆ ਸਰਕਾਰ ਨੇ ਸੋਚਿਆ? ਕੁਝ ਵੀ ਨਾ ਸੋਚਿਆ। ਤੁਹਾਡਾ ਕੀ ਕੰਮ ਹੈ ਜੀ? ਆਪਣੀ ਜਵੈਲਰੀ ਸ਼ਾਪ ਹੈ ਸਾਹਮਣੇ। ਤੇ ਤੁਹਾਡਾ ਹੁਣ ਗੁਜ਼ਾਰਾ ਕਿੱਦਾਂ ਚੱਲਦਾ? ਗੁਜ਼ਾਰਾ ਬਹੁਤ ਔਖਾ, ਬਹੁਤ ਜ਼ਿਆਦਾ ਔਖਾ ਚੱਲ ਰਿਹਾ। ਹਾਂਜੀ, ਤੁਹਾਡਾ ਕੀ ਕੰਮ ਹੈ ਜੀ? ਮੇਰਾ ਬੂਟ ਚੱਪਲਾਂ ਦਾ ਕੰਮ ਹੈ ਜੀ, ਫੁੱਟਵੇਅਰ ਦਾ। ਆਪਣੀ ਦੁਕਾਨ ਹੀ ਬੰਦ ਪਈ ਹੈ ਜੀ? ਦੁਕਾਨ ਬੰਦ ਪਈ ਹੈ ਬਿਲਕੁਲ। ਅੱਜ 4-5 ਦਿਨ ਹੋ ਗਏ ਦੁਕਾਨਾਂ ਬੰਦ ਪਈਆਂ ਜੀ। ਕਿਰਾਏ ਕੱਢਣੇ ਔਖੇ ਹੋਏ ਪਏ ਇਸ ਟਾਈਮ ਸਾਨੂੰ ਬਿਲਕੁਲ। ਫਿਰ ਕਿੱਦਾਂ ਰੁਜ਼ਗਾਰ ਚੱਲਦਾ? ਰੁਜ਼ਗਾਰ ਦਾ ਬਸ ਦੇਖ ਲਓ, ਮਾੜਾ ਮੋਟਾ ਸ਼ਟਰ ਚੱਕੀ ਦਾ ਇਹਦਾ ਗਾਹਕ ਆ ਜਾਂਦਾ, ਨਹੀਂ ਤਾਂ ਗਾਹਕ ਮੁੜ ਕੇ ਲੰਘ ਜਾਂਦਾ ਦੁਕਾਨਾਂ ਬੰਦ ਦੇਖ ਕੇ। ਤਾਂ ਇਹਦਾ ਚਾਹੀਦਾ ਜੀ, ਮੈਂ ਤਾਂ ਇੱਕੋ ਗੱਲ ਕਹੂੰਗਾ ਸਾਰੀ ਸਵਾਰੀਆਂ ਗੱਲਾਂ ਦੇਖ ਕੇ ਤਾਂ ਕੈਪਟਨ ਅਮਰਿੰਦਰ ਸਾਹਿਬ ਨੂੰ ਇੱਕੋ ਗੱਲ ਕਹੂੰਗਾ, ਸ਼ੇਮ ਔਨ ਯੂ, ਵੀ ਸ਼ਰਮ ਕਰੋ ਕੁਛ ਥੋੜ੍ਹੀ ਬਹੁਤੀ। ਤਾਂ ਪੰਜਾਬ ਦੇ ਲੋਕ ਇੰਨੇ ਬੇਰੁਜ਼ਗਾਰ ਬੈਠੇ ਨੇ, ਪਹਿਲੇ ਕੰਮ ਕਾਰ ਹੈ ਨਹੀਂਗੇ। ਤੁਸੀਂ 5G ਦਾ ਬਹਾਨਾ ਲਈ ਯਾਰ, ਕਿ ਬਾਹਰਲੇ ਮੁਲਕਾਂ 'ਚ 5G ਨਹੀਂ ਚੱਲਦਾ ਪਿਆ, ਕਿ ਉੱਥੇ ਟੈਸਟਿੰਗ ਨਹੀਂ ਹੋਈ, ਠੀਕ ਹੈ। ਆਉਣ ਤੋਂ ਪਹਿਲਾਂ 2018 ਦੇ ਵਿੱਚ ਪਾਪੂਲੇਸ਼ਨ ਘਟਾਉਣ ਨੂੰ ਤੁਸੀਂ ਕਹਿੰਦੇ ਸੀ ਪਾਪੂਲੇਸ਼ਨ ਘਟਾਉਣੀ, ਉਦੋਂ ਚਿੜੀਆਂ ਪੰਛੀਆਂ ਮਰੇ। ਤੇ ਉਦੋਂ ਉਸ ਤੋਂ ਬਾਅਦ ਹੁਣ ਕੀ 5G ਮਨੁੱਖਾਂ 'ਚ ਟੈਸਟ ਕੀਤਾ ਜਾ ਰਿਹਾ, ਕਿ ਬਾਹਰ 5G ਟੈਸਟਿੰਗ ਨਹੀਂ ਹੋਈ। ਤੇ ਇਹ ਤਾਂ ਇੱਕ ਇਹਨਾਂ ਨੇ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਕੈਪਟਨ ਨੇ। ਬਾਦਲ ਵੀ ਇਹੀ ਸਰਕਾਰ, ਇਹੋ ਜਿਹੀ ਸਰਕਾਰ। ਅਸੀਂ ਤਾਂ ਕਹਾਂਗੇ ਵੀ ਆਉਣ ਵਾਲੀ ਜਨਰੇਸ਼ਨ ਨੂੰ ਚਾਹੀਦਾ ਕੋਈ ਵਧੀਆ ਪੜ੍ਹਿਆ ਲਿਖਿਆ, ਠੀਕ ਹੈ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਾਇਆ ਜਾਵੇ। ਅਸੀਂ ਨਹੀਂ ਚਾਹੁੰਦੇ ਬਿਲਕੁਲ ਵੀ ਕੈਪਟਨ ਆਵੇ, ਬਾਦਲ ਸਰਕਾਰ ਆਵੇ। ਸਰਕਾਰ ਉਹ ਚਾਹੀਦੀ ਵੀ ਅੱਜ ਦਾ ਪੜ੍ਹਿਆ ਲਿਖਿਆ ਬੰਦਾ ਹੋਵੇ, ਮੁੱਖ ਮੰਤਰੀ ਸਾਨੂੰ ਉਹੀ ਚਾਹੀਦਾ ਹੈ। ਅਸੀਂ ਹੁਣ ਅੱਜ ਦੀ ਜਨਰੇਸ਼ਨ ਨੇ ਇੱਕ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਅਸੀਂ ਮੁੰਡੇ ਹਾਂ, ਅਸੀਂ ਇੱਕ ਪੂਰਾ ਹੁਣ ਠਾਣੇ ਹਾਂ ਵੀ ਜਾਣ ਵਾਲੇ ਵੋਟਾਂ ਦੇ ਵਿੱਚ ਵੀ ਪੜ੍ਹਿਆ ਲਿਖਿਆ ਇਨਸਾਨ ਨੂੰ ਅਸੀਂ ਮੁੱਖ ਮੰਤਰੀ ਬਣਾਵਾਂਗੇ। ਹੁਣ ਚਾਹੇ ਉਹ ਆਪ ਦੀ ਪਾਰਟੀ ਦਾ ਹੋਵੇ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਉਹ ਅਕਾਲੀ ਦਲ ਦਾ ਹੋਵੇ ਜੀ। ਤੁਸੀਂ ਕਿਹੜਾ ਚਿਹਰਾ ਦੇਖਣਾ ਚਾਹੁੰਦੇ ਹੋ ਅਗਲੀ ਵਾਰ ਪੰਜਾਬ ਦਾ ਵੀ ਬਣੇ ਮੁੱਖ ਮੰਤਰੀ? ਅਸੀਂ ਤਾਂ ਹੁਣ ਆਪ ਦੀ ਪਾਰਟੀ ਨੂੰ ਕਵਾਂਗੇ ਜੀ, ਆਪ ਦੀ ਪਾਰਟੀ ਦੇ ਵਿੱਚ ਕਵਾਂਗੇ ਮਾਨ ਸਾਹਿਬ ਨੂੰ ਕਵਾਂਗੇ, ਮਾਨ ਸਾਹਿਬ ਵੀ ਅੱਗੇ ਆਉਣਗੇ ਜੀ। ਹੁਣ ਅਸੀਂ ਉਹਨਾਂ ਦਾ ਪੂਰਾ ਵੱਧ ਚੜ੍ਹ ਕੇ ਅਸੀਂ ਸਾਥ ਦੇਵਾਂਗੇ। ਦਿੱਲੀ ਦੇ ਵਿੱਚ ਜੋ ਵੀ ਹੈ ਜੀ, ਪਰ ਦਿੱਲੀ ਨੂੰ ਅਸੀਂ ਹੁਣ ਅੱਗੇ ਵੱਧਦਾ ਦੇਖ ਰਹੇ ਹਾਂ ਵੀ ਦਿੱਲੀ ਬਹੁਤ ਅੱਗੇ ਦਿਨਾਂ ਦਿਨ ਵੱਧ ਰਹੀ ਹੈ। ਉੱਥੇ ਬਿਜਲੀ ਦਾ ਕੁਝ ਨਹੀਂ, ਬਿਜਲੀ ਫ੍ਰੀ ਹੈ, ਮੁਫਤ ਹੈ, ਸਭ ਕੁਝ ਹੈ, ਕੋਈ ਫਾਲਤੂ ਉੱਥੇ ਖਰਚੇ ਨਹੀਂ ਹੈ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਤਾਂ ਅਸੀਂ ਇਹੀ ਕਹਾਂਗੇ ਵੀ ਆਪ ਦੀ ਪਾਰਟੀ ਨੂੰ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਅਸੀਂ ਕਹਾਂਗੇ ਵੱਧ ਚੜ੍ਹ ਕੇ ਉਹ ਹਿੱਸਾ ਲੈਣਗੇ ਮਾਨ ਸਾਹਿਬ। ਜਦੋਂ ਪਹਿਲਾਂ ਪਤਾ ਸੀ ਆਪਾਂ ਨੂੰ ਵੀ ਕਰੋਨਾ, ਚਲੋ ਪਹਿਲਾਂ ਤਾਂ ਆਪਾਂ ਗਲਤੀ ਹੋ ਗਈ ਵੀ ਕਰੋਨਾ ਫੈਲ ਰਿਹਾ ਸੀ, ਆਪਣੇ ਆ ਰਿਹਾ ਸੀਗਾ। ਹੁਣ ਦੂਜੀ ਵਾਰੀ ਵਿਗਿਆਨੀਆਂ ਨੇ ਪਹਿਲਾਂ ਦੱਸਿਆ ਸੀ ਮਾਰਚ ਵਿੱਚ ਕਰੋਨਾ ਦੁਬਾਰੇ ਦੂਸਰੀ ਲਹਿਰ ਆਉਣੀ ਹੈ, ਤੇ ਸਰਕਾਰ ਨੇ ਪਹਿਲਾਂ ਪ੍ਰਬੰਧ ਕਿਉਂ ਨਹੀਂ ਕਰੇ? ਇਹ ਤਾਂ ਸਰਕਾਰ ਨੂੰ ਖੁਦ ਨੂੰ ਚਾਹੀਦਾ। ਸਰਕਾਰ ਨੂੰ ਤਾਂ ਹੀ ਬਸ ਇੱਕ ਇਹਨਾਂ ਨੂੰ ਠੇਕੇ ਖੁੱਲ੍ਹੇ ਹੋਣੇ ਚਾਹੀਦੇ ਹੈ ਕਿ ਠੇਕਿਆਂ ਦੇ ਵਿੱਚ ਜ਼ਿਆਦਾ ਕਰੋਨਾ ਹੀ। ਉਹੀ ਤਾਂ ਪੁੱਛਣਾ ਚਾਹੁੰਦਾ, ਜਿਹੜੇ ਆਪਣੀਆਂ ਮੂਰਤੀਆਂ ਬਣਾਈਆਂ ਜਾਂਦੇ ਨੇ, 30,000 ਕਰੋੜ ਲਾਇਆ ਭਾਈ ਪਟੇਲ ਦੀ ਮੂਰਤੀ ਤੇ, ਇਹ ਹਸਪਤਾਲ ਨਹੀਂ ਬਣਾ ਸਕੇ। ਹਸਪੀਟਲ ਬਣਾਉਣ ਤਾਂ ਉਹ ਜ਼ਿਆਦਾ ਵਧੀਆ ਹੀ। ਸਾਡੇ ਨਾਲ ਤਾਂ ਸਾਡੀ ਸਿੱਖ ਕੌਮ ਇੰਨੀ ਵਧੀਆ, ਦਿੱਲੀ ਦੇ ਵਿੱਚ ਉਹਨਾਂ ਨੇ ਇੰਨਾ ਅਰੇਂਜਮੈਂਟ ਕੀਤਾ ਪਿਆ ਜੀ, ਠੀਕ ਹੈ। ਅਸੀਂ ਤਾਂ ਹੁਣ ਜੇ ਇਹੀ ਚਾਹੁੰਦੇ ਨੇ ਵੀ ਖਾਲਿਸਤਾਨ ਬਣਨਾ ਚਾਹੀਦਾ, ਅਸੀਂ ਤਾਂ ਕਹਾਂਗੇ ਖਾਲਿਸਤਾਨ ਹੀ ਬਣੇ, ਸਾਡਾ ਪੰਜਾਬ ਅੱਗੇ ਤੋਂ ਅੱਗੇ ਵਧੇਗਾ ਜੀ। ਫਿਰ ਤਾਂ ਮਤਲਬ ਤੁਸੀਂ ਹੁਣ ਅਗਲੀ ਵਾਰ ਕੇਂਦਰ ਵਿੱਚ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ? ਕੇਂਦਰ ਦੇ ਵਿੱਚ ਅਸੀਂ ਉਹਨੂੰ ਕਹਾਂਗੇ ਜਿਹੜਾ ਵੱਧ ਤੋਂ ਵੱਧ ਕੰਮ ਕਰੇਗਾ ਜੀ। ਅਸੀਂ ਹੁਣ ਇਹ ਤਾਂ ਦੇਖੋ ਵੋਟਾਂ ਦੇ ਨੇੜੇ ਤੇੜੇ ਆ ਕੇ ਸਾਰੇ ਕੰਮ ਕਰਦੇ ਨੇ, ਪਰ ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਵੀ ਪੜ੍ਹਿਆ ਲਿਖਿਆ ਕੋਈ ਗ੍ਰੈਜੂਏਟ, ਠੀਕ ਹੈ, ਪੋਸਟ ਗ੍ਰੈਜੂਏਟ ਬੰਦਾ ਆ ਕੇ ਤੇ ਸਾਡਾ ਪ੍ਰਧਾਨ ਮੰਤਰੀ ਬਣੇ। ਮੋਦੀ ਸਰਕਾਰ ਨੇ ਤਾਂ ਸਾਨੂੰ ਲਾਂਤਾਂ ਆਉਂਦੀਆਂ ਨੇ। ਤੁਸੀਂ ਹੁਣ ਮਮਤਾ ਬੈਨਰਜੀ ਬਾਰੇ ਦੇਖ ਲਓ ਜੀ, ਚਾਹੇ ਉਹ ਹਵਾਈ ਚੱਪਲ ਪਾਉਂਦੀ ਹੈ, ਚਾਹੇ ਉਹ 400 ਰੁਪਏ ਵਾਲੀ ਸਾੜੀ 'ਚ ਰਹਿੰਦੀ ਹੈ, ਉਹ ਦੇਖੋ ਕਿੰਨੀ ਸਿੰਪਲ ਸਧਾਰਨ ਹੈ। ਸਾਨੂੰ ਬਹੁਤ ਵਧੀਆ ਖੁਸ਼ੀ ਹੈ ਕਿ ਉੱਥੇ ਉਹ ਮਮਤਾ ਬੈਨਰਜੀ ਆਈ ਹੈ, ਬੀਜੇਪੀ ਦੀ ਉੱਥੇ ਵੱਧ ਹਾਰ ਹੋਈ ਹੈ। ਦਿੱਲੀ ਦੇ ਵਿੱਚ ਦੇਖ ਲਓ ਕਿੰਨਾ ਜਸ਼ਨ ਮਨਾਇਆ ਗਿਆ ਸੀ। ਤੇ ਅਸੀਂ ਇਹੀ ਕਹਿੰਦੇ ਹਾਂ ਵੀ ਮੋਦੀ ਨੂੰ ਅਸੀਂ ਕਦੀ ਵੀ ਹੁਣ ਪੰਜਾਬ ਦੇ ਵਿੱਚ ਨਹੀਂ ਵੜਨ ਦੇਵਾਂਗੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ ਦੱਸੋ ਜੀ।
ਇਹ ਕਰੋਨਾ ਬਾਰੇ ਦੂਸਰੀ ਲਹਿਰ ਕਹਿ ਰਹੇ ਨੇ ਕਰੋਨਾ ਦੀ ਜਿਹੜੀ ਹੈ ਵੀ ਲੋਕਡਾਊਨ ਦੁਬਾਰੇ ਲਗਾਤਾ ਇਹਨਾਂ ਨੇ, ਦੁਕਾਨਾਂ ਬੰਦ ਕਰ ਰਹੇ ਨੇ ਤੇ ਠੇਕੇ ਖੁੱਲੇ ਪਏ ਨੇ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਅਸੀਂ ਤਾਂ ਇਹ ਕਹਿੰਦੇ ਜੇ ਅਗਰ ਲੋਕਡਾਊਨ ਲਾਉਣਾ ਹੈ ਤਾਂ ਸਭ ਤੇ ਇੱਕੋ ਜਿਹਾ ਹੋਣਾ ਚਾਹੀਦਾ ਤਕਰੀਬਨ। ਇਹ ਨਹੀਂ ਹੈਗਾ ਵੀ ਅੱਧੀਆਂ ਹੁਣ ਖੁੱਲੀਆਂ ਵਿਚਾਰੋਂ ਕਈ ਦੁਕਾਨਾਂ ਖੁੱਲੀਆਂ ਕਈ ਬੰਦ ਕਰ ਦਿੰਦੇ ਆ, ਦੇਖ ਕੇ ਪੁਲਿਸ ਨੂੰ ਦੇਖ ਕੇ ਅੱਧੀਆਂ ਖੁੱਲ੍ਹੀਆਂ ਰਹਿੰਦੀਆਂ। ਮੈਂ ਤਾਂ ਕਹਿੰਦਾ ਇੱਕੋ ਜਿਹਾ ਬਿਲਕੁਲ ਲਾਕਡਾਊਨ ਹੋਵੇ। ਕਾਰ ਬਾਜ਼ਾਰ ਤਾਂ ਪੂਰਾ ਹੀ ਚੱਲਦਾ ਪਿਆ ਉੱਦਾਂ ਹੀ ਚੱਲਦਾ। ਲਾਕਡਾਊਨ ਤਾਂ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ, ਲੋਕਾਂ ਨੂੰ ਚਿੰਤਾ ਹੀ ਕੋਈ ਨਹੀਂ। ਇਹ ਕਹਿੰਦੇ ਅਸੀਂ ਇੱਕੋ ਜਿਹਾ ਹੋਣਾ ਚਾਹੀਦਾ ਸਭ ਲਈ। ਠੀਕ ਹੈ ਜੀ, ਤੁਸੀਂ ਦੱਸੋ ਜੀ ਆਪਣੇ ਤੁਹਾਡੀ ਕੀ ਦੁਕਾਨ ਹੈ ਜੀ? ਸਾਡੀ ਜੁਐਲਰ ਦੀ ਦੁਕਾਨ ਆ ਸਾਹਮਣੇ। ਜੁਐਲਰ ਦੀ। ਤੇ ਸਰਕਾਰ ਦੂਸਰਾ ਲੋਕਡਾਊਨ ਲਾ ਰਹੀ ਹੈ, ਕਹਿੰਦੇ ਕਰੋਨਾ ਦੂਸਰੀ ਲਹਿਰ ਹੈ, ਵਿੱਚ ਕਹਿੰਦੇ ਨੇ 5G ਆ ਰਿਹਾ, 5G ਦਾ ਪ੍ਰਕੋਪ ਹੈ ਇਹ, ਇਸ ਕਰਕੇ ਵੀ ਫੈਲ ਰਿਹਾ ਹੈ। 5G ਨਾਲ ਲੋਕ ਮਰ ਰਹੇ ਨੇ, ਪਹਿਲਾਂ 4G ਨਾਲ ਪੰਛੀ ਮਰੇ ਸੀ, ਹੁਣ 5G ਨਾਲ ਵੀ ਲੋਕਾਂ ਦੇ ਅਸਰ ਪੈ ਰਿਹਾ। ਕੀ ਗੱਲ ਇਹ ਕਰੋਨਾ ਹੈ ਜਾਂ 5G ਹੈ? 5G ਤਾਂ ਨਹੀਂ ਲੱਗਦਾ, ਕਿਉਂਕਿ ਪਾਕਿਸਤਾਨ 'ਚ ਵੀ ਹੈਗਾ ਇਹ ਕਰੋਨਾ ਆਇਆ ਵਾ, ਦੂਜੀ ਲਹਿਰ ਬੰਗਲਾਦੇਸ਼ 'ਚ ਵੀ ਹੈ, ਨੇਪਾਲ 'ਚ ਵੀ ਹੈ। ਇਹ ਵਵਾਂਡ ਆਈ ਜਾਂਦੇ ਲੋਕ। 5G ਵਾਲੀ ਤਾਂ ਕੋਈ ਗੱਲ ਨਹੀਂ ਲੱਗਦੀ ਇਹ 'ਚ। ਮਤਲਬ ਤੁਹਾਨੂੰ ਲੱਗਦਾ ਕਰੋਨਾ ਹੈਗਾ ਵੀ ਜਾਂ ਸਰਕਾਰ ਦੀ ਕੋਈ ਚਾਲ ਹੈ? ਬਿਲਕੁਲ ਹੈਗਾ ਹੀ ਹੈ ਜੀ ਕਰੋਨਾ। ਅੱਛਾ। ਹਾਂਜੀ ਹਾਂ। ਇਹ ਜਦੋਂ ਰੈਲੀਆਂ ਕਰ ਰਹੀ ਸੀ ਸਰਕਾਰ, ਉਦੋਂ ਕਰੋਨਾ ਕਿੱਥੇ ਸੀ ਫਿਰ? ਉੱਥੇ ਵੀ ਕਰੋਨਾ ਵਧਿਆ ਹੀ ਆ, ਬੰਗਾਲ 'ਚ ਹੀ ਵਧਿਆ ਕਰੋਨਾ। ਉੱਥੇ ਕੋਈ ਕੇਸ ਤਾਂ ਦੇਖਣ ਨੂੰ ਮਿਲਿਆ ਨਹੀਂ ਹੈਗਾ, ਕੋਈ ਸੁਣਿਆ। ਜਾ ਕੇ ਦੇਖੋ ਕਿੰਨੇ ਆ ਰਹੇ ਆ ਕੇਸ। ਮਤਲਬ ਕਰੋਨਾ ਹੈਗਾ ਜੀ? ਬਿਲਕੁਲ ਬਿਲਕੁਲ। ਅੱਛਾ, ਕੋਈ ਜਾਣੀ ਚਾਲ ਨਹੀਂ ਸਰਕਾਰ ਦੀ? ਨਹੀਂ ਨਹੀਂ। ਤੇ ਸਿਲੰਡਰ ਖਤਮ ਹੋਏ ਪਏ ਨੇ। ਹਾਂਜੀ, ਸਿਲੰਡਰ ਵੀ ਖਤਮ ਹੋਏ ਪਏ ਨੇ ਸਰਕਾਰ ਕੋਲ ਹੈ ਕੀ? ਜਾਂ ਮਹਾਮਾਰੀ ਆ ਗਈ ਇੰਨੀ, ਮੈਕਸਿਮਮ ਇੰਤਜ਼ਾਮ ਤਾਂ ਕਰ ਹੀ ਰਹੀ ਹੈ ਸਰਕਾਰ, ਐਸੀ ਗੱਲ ਤਾਂ ਨਹੀਂ ਹੈ। ਜਾਣੀ ਤੁਸੀਂ ਹਾਲੇ ਵੀ ਚਾਹੁੰਦੇ ਹੋ ਵੀ ਮੋਦੀ ਸਰਕਾਰ ਵਧੀਆ? ਬਿਲਕੁਲ ਹੈ ਹੀ ਵਧੀਆ ਜੀ। ਤਾਂ ਗੁਜ਼ਾਰਾ ਕਰਦੇ ਨੇ ਆਪਣਾ। ਮੈਂ ਤਾਂ ਇਹੀ ਚਾਹੁੰਦਾ ਜੀ ਵੀ ਸਾਰੀਆਂ ਦੁਕਾਨਾਂ ਜਾਂ ਤਾਂ ਖੋਲ੍ਹ ਦੇਣ, ਟਾਈਮ ਪੀਰੀਅਡ ਘਟਾ ਦੇਣ, ਜਾਂ ਤਾਂ ਵੀ ਸਾਰੀਆਂ ਹੀ ਬੰਦ ਕਰਾ ਦੇਣ ਚੰਗੀ ਤਰ੍ਹਾਂ। ਉਹਦਾ ਮਤਲਬ ਇਹ ਨਹੀਂ ਜੀ ਹੁਣ ਸਾਰੇ ਦੁਕਾਨਦਾਰ ਬਾਹਰ ਬੈਠੇ ਆ, ਬਾਹਰ ਬੈਠ ਕੇ ਇੱਕ ਦੂਜੇ ਦੇ ਮੂੰਹ ਕਨੀ ਝਾਕ ਰਹੇ ਆ। ਉਹਦਾ ਫਾਇਦਾ ਕੀ? ਗਾਹਕ ਆਂਦਾ ਸ਼ਟਰ ਚੱਕਦੇ ਅੰਦਰ ਵਾੜ ਲੈਂਦੇ ਆ, ਪੁਲਿਸ ਵਾਲੇ ਆਉਂਦੇ ਆ ਫੇਰ ਭੱਜ ਜਾਂਦੇ ਆ ਘਰ ਨੂੰ। ਇਹ ਇੱਕ ਗੱਲ ਸਮਝ ਨਹੀਂ ਆ ਰਹੀ ਵੀ ਅੱਧੀਆਂ ਦੁਕਾਨਾਂ ਬੰਦ ਨੇ, ਅੱਧੀਆਂ ਖੁੱਲੀਆਂ ਨੇ। ਮੈਡੀਕਲ ਵਾਲੀਆਂ ਚਲੋ ਤਾਂ ਖੁੱਲਣੀਆਂ ਸੀਗੀਆਂ ਇਹਨਾਂ ਨੇ ਨਾ, ਠੇਕੇ ਵੀ ਖੁੱਲੇ ਪਏ ਨੇ, ਤੇ ਸਰਕਾਰ ਦੂਸਰੀਆਂ ਦੁਕਾਨਾਂ ਬੰਦ ਕਰ ਰਹੀ ਹੈ। ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ? ਗੁਜ਼ਾਰਾ ਜੀ ਹੁਣ ਕੀ ਕਰੀਏ, ਹੁਣ ਬਾਹਰ ਬੈਠੇ ਹੀ ਗੁਜ਼ਾਰਾ ਕਰ ਰਹੇ ਆ ਇਸ ਤਾਂ। ਤੇ ਸਰਕਾਰ ਨੇ ਔਖਾ ਕੀਤਾ, ਸਰਕਾਰ ਕੋਈ ਤੁਹਾਨੂੰ ਪਤਾ ਨਹੀਂ ਦੇ ਰਹੀ? ਨਾ ਜੀ ਨਾ, ਕੁਝ ਨਹੀਂ ਦੇ ਰਹੀ ਜੀ। ਫਿਰ ਤੁਸੀਂ ਇਕੱਠੇ ਹੋ ਕੇ ਕਿਉਂ ਸਰਕਾਰ ਵਿਰੁੱਧ ਨਹੀਂ ਆਪਣਾ ਵਿਰੋਧ ਕਰ ਰਹੇ? ਇੱਕ ਦੂਜੇ ਦੇ ਮੂੰਹ ਨਹੀਂ ਦੇਖਦੇ ਆ ਵੀ ਉਹ ਜਾਵੇ ਤਾਂ ਮੈਂ ਜਾਊਂਗਾ, ਬਸ ਇਦਾਂ ਹੀ ਆ ਜੀ, ਇਦਾਂ ਹੀ ਚੱਲ ਰਿਹਾ ਸਾਰਿਆਂ ਦਾ। ਹੁਣ ਮਤਲਬ ਇੱਕ ਨੂੰ ਤਾਂ ਨਾ ਪਹਿਲਾਂ ਚੱਲਣਾ ਪੈਣਾ, ਫਿਰ ਲੋਕ ਪਿੱਛੇ ਲੱਗਣਗੇ ਤੁਹਾਡੇ। ਸਾਰੇ ਦੁਕਾਨਦਾਰ 'ਚ ਏਕਤਾ ਹੋਣੀ ਚਾਹੀਦੀ ਤੁਹਾਡੇ ਨਾ। ਤੁਸੀਂ ਸਰਕਾਰ ਵਿਰੁੱਧ ਲੜੋ, ਆਵਾਜ਼ ਉਠਾਓ ਆਪਣੀ ਵੀ। ਦੁਕਾਨਾਂ ਸਾਡੀਆਂ ਬੰਦ ਪਈਆਂ ਨੇ, ਅਸੀਂ ਆਪਣੀ ਰੋਜੀ ਰੋਟੀ ਕਿੱਥੋਂ ਚਲਾਵਾਂਗੇ? ਵੀਰ ਜੀ ਕੋਈ ਏਕਤਾ ਨਹੀਂ ਕਿਸੇ ਦੁਕਾਨਦਾਰ 'ਚ, ਸਾਰੇ ਆਪਣੇ ਆਪਣੇ ਦੁਕਾਨਾਂ ਮੂਹਰੇ ਬੈਠੇ। ਕੋਈ ਨਹੀਂ ਹੈਗਾ ਵੀ ਉੱਥੇ ਧਰਨਾ ਲਾ ਦੇਵੇ ਚੌਂਕ 'ਚ ਜਾ ਕੇ ਸਾਰੇ ਜਾਣ, ਸਾਰੇ ਆਪਣੀਆਂ ਦੁਕਾਨਾਂ ਮੂਹਰੇ ਬੈਠੇ ਆ। ਮਤਲਬ ਸਰਕਾਰ ਨੇ ਗੁਲਾਮ ਹੀ ਕੀਤਾ ਵਾ ਇੱਕ ਤਰ੍ਹਾਂ ਦਾ, ਆਪਣੇ ਲਈ ਕੋਈ ਆਜ਼ਾਦੀ ਨਹੀਂ, ਨਾ ਨਾ, ਡੈਮੋਕ੍ਰੇਸੀ ਕੋਈ ਨਹੀਂ, ਖਤਮ ਹੈ। ਖਤਮ ਹੈ ਜੀ, ਖਤਮ ਆ। ਅੰਕਲ ਜੀ ਤੁਹਾਡੇ ਕੀ ਵਿਚਾਰ ਨੇ ਜੀ? ਇਹ ਸਰਕਾਰ ਦੂਸਰੀ ਲਹਿਰ ਕਹਿ ਰਹੀ ਹੈ ਕਰੋਨਾ ਨੂੰ, ਵੀ ਕਰੋਨਾ ਦੂਸਰੀ ਲਹਿਰ ਆ ਗਈ ਤੇ ਦੁਬਾਰਾ ਲੋਕਡਾਊਨ ਲਾਉਣ ਨੂੰ ਤਿਆਰ ਹੈ। ਵੀ ਜੇ ਲੋਕ ਨਾ ਸੁਧਰੇ ਵੀ ਇਹ ਹਫ਼ਤਾ ਦੇਖਣਾ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਸਰਕਾਰ ਜੇ ਲੋਕ ਨਾ ਸੁਧਰੇ ਦੁਬਾਰਾ ਲੋਕਡਾਊਨ, ਸੰਪੂਰਨ ਲੋਕਡਾਊਨ ਲਗਾਵਾਂਗੇ ਅਸੀਂ। ਦੇਖੋ ਜੀ, ਲੋਕਡਾਊਨ ਤਾਂ ਕੋਈ ਮਸਲੇ ਦਾ ਹੱਲ ਨਹੀਂ ਹੈਗਾ, ਕਿਉਂਕਿ ਜਿਹੜਾ ਬੰਦਾ ਦਿਹਾੜੀ ਕਰ ਰਿਹਾ ਉਹ ਰੋਟੀ ਕਿੱਥੇ ਖਾਏਗਾ? ਜਿਹਦਾ ਮਕਾਨ ਕਿਰਾਏ ਤੇ ਆ ਉਹ ਕਿੱਥੋਂ ਰੋਟੀ ਖਾਏਗਾ ਜੀ? ਇਹ ਤਾਂ ਲੋਕਾਂ ਨੂੰ ਚਾਹੀਦਾ ਮਾਸਕ ਪਹਿਨਣ, ਆਪਣਾ ਧਿਆਨ ਰੱਖਣ ਪੂਰਾ ਆਪਣਾ, ਤੇ ਹੱਥ ਨਾਲ ਰਹਿਣ। ਤੇ ਇੱਕ ਹੋਰ ਨਾਮ ਦੇ ਰਹੇ ਨੇ ਕਰੋਨਾ ਨੂੰ 5G, ਵੀ 5G ਲਾਂਚ ਕਰ ਰਹੇ ਨੇ, ਇਹਦੇ ਨਾਲ ਵੀ ਕੋਈ ਸਮਝ ਨਹੀਂ ਆ ਸਾਨੂੰ। ਇਹਦੇ ਬਾਰੇ ਕੁਝ ਨਹੀਂ ਪਤਾ ਜੀ, ਕਿਉਂਕਿ ਜੋ ਬਿਮਾਰੀ ਹੈ ਉਹ ਤਾਂ ਹੈ ਹੀ ਆ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਇਹ ਫੇਕ ਨਿਊਜ਼ ਹੋ ਸਕਦੀ ਹੈ। ਇਹਦੇ ਬਾਰੇ ਕੋਈ ਵਿਚਾਰ ਤੁਹਾਨੂੰ ਪਤਾ ਨਹੀਂ। ਜੇ ਤੁਹਾਡੀ ਕੀ ਦੁਕਾਨ ਹੈ ਜੀ? ਹਾਂਜੀ, ਤੁਹਾਡੀ ਦੁਕਾਨ ਮੈਂ ਤਾਂ ਪ੍ਰਾਈਵੇਟ ਸਰਵਿਸ ਕਰ। ਅੱਛਾ ਜੀ, ਸਰਵਿਸ ਕਰ, ਠੀਕ ਹੈ ਜੀ। ਦਿਹਾੜੀਦਾਰ ਬੰਦੇ ਆ ਜੀ ਤਾਂ। ਅੱਛਾ, ਹਾਂਜੀ। ਤੇ ਜਿਹੜੇ ਦੁਕਾਨਦਾਰ ਹੁਣ ਸਭ ਦੀਆਂ ਦੁਕਾਨਾਂ ਬੰਦ ਪਈਆਂ ਨੇ, ਇਕੱਠੇ ਹੋ ਕੇ ਸਰਕਾਰ ਵਿਰੁੱਧ ਆਵਾਜ਼ ਤਾਂ ਉਠਾ ਸਕਦੇ ਨੇ ਨਾ? ਆਵਾਜ਼ ਹੁਣ ਕੀ ਉਠਾਵੇ ਜੀ ਬੰਦਾ, ਜੇ ਤਾਂ ਪੂਰਨ ਬੰਦ ਹੋਵੇ ਤਾਂ ਜੋ ਇਹ ਜਿਹੜੀ ਬਿਮਾਰੀ ਹੈ ਥੋੜੀ ਘਟ ਜਾਵੇ। ਹਫ਼ਤੇ ਕੁ ਦਾ ਲੋਕਡਾਊਨ ਹੁੰਦਾ ਤਾਂ ਹਫ਼ਤਾ ਕਰਨ, ਇਹ ਤਾਂ ਜਾਂ ਫਿਰ ਸਾਨੂੰ ਟਾਈਮ ਦੇਣ ਵੀ 10 ਤੋਂ 2 ਖੋਲ੍ਹ ਦੇਣ, ਕੁਛ ਸਾਡਾ ਵੀ ਰੁਜ਼ਗਾਰ ਚੱਲਦਾ ਰਹੇ। ਤੁਹਾਡੇ ਕੀ ਵਿਚਾਰ ਨੇ? बस लॉकडाउन हटाना चाहिए जी, हमें गुजारा नहीं, गरीब बंदे आ जी, बस ਹਾਂ, ਇਹ ਕਰੋਨਾ ਤਾਂ ਕਹਿੰਦੇ ਨੇ ਵੀ ਕਰੋਨਾ ਦੁਨੀਆ ਮਰ ਰਹੀ ਹੈ, ਵੀ ਦੁਨੀਆ ਭੁੱਖਮਰੀ ਨਾ ਮਰ ਸਕਦੀ ਹੈ ਜੇ ਇੱਦਾਂ ਲੋਕਡਾਊਨ ਲਗਾਉਂਦੇ ਰਹੇ। हाँ जी, देखो जी, जिमें कमावांगे तो असीं खावांगे भी,
ਐਵੇਂ ਤਾਂ ਕੋਈ ਮਰਦਾ ਨਹੀਂ। ਕਰੋਨਾ ਦੀ ਬਿਮਾਰੀ ਹੈਗੀ ਹੈ ਜੀ। ਮਾਸਕ ਲਾਤੇ ਰੱਖਣ, ਹੱਥ ਵੀ ਧੋਣ ਤੇ ਜੀ ਇਹ ਉਹ ਸੈਨੀਟਾਈਜ਼ਰ ਵੀ ਕਰਨ ਬਾਰ-ਬਾਰ। ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਕਿਵੇਂ ਦੁਕਾਨਾਂ ਬੰਦ ਪਈਆਂ ਨੇ, ਸ਼ਟਰ ਬੰਦ ਪਏ ਨੇ, ਲੋਕਾਂ ਦੇ ਰੁਜ਼ਗਾਰ ਰੁਕੇ ਪਏ ਨੇ। ਬਾਜ਼ਾਰ ਵਿੱਚ ਬਿਲਕੁਲ ਰੌਣਕ ਨਹੀਂ। ਕਿਸੇ ਟਾਈਮ ਬਾਜ਼ਾਰ ਭਰਿਆ ਹੁੰਦਾ ਸੀ ਸਾਰਾ। ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਦੁਕਾਨਾਂ ਬੰਦ ਨੇ ਤੇ ਬਿਲਕੁਲ ਵੀ ਚਹਿਲ ਪਹਿਲ ਨਹੀਂ। ਦੇਖੋ ਕਿਹੋ ਜਿਹਾ ਮਾਹੌਲ ਆ ਗਿਆ। ਕਦੇ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਮਾਹੌਲ ਆਊਗਾ। ਤੁਹਾਡੀ ਕਾਹਦੀ ਦੁਕਾਨ ਹੈ ਜੀ? ਬਰਤਨਾਂ ਦੀ। ਤੁਹਾਡੀ ਦੁਕਾਨ ਹੀ ਬੰਦ ਆ ਜੀ ਅੱਜ? ਬੰਦ ਹੈ। ਇਹ ਵਿੱਚ ਦੁਕਾਨਾਂ ਖੁੱਲੀਆਂ ਪਈਆਂ, ਕੀ ਚੱਕਰ ਹੈ ਜੀ? ਵਿੱਚ ਜਿਹੜੀਆਂ ਦੁਕਾਨਾਂ ਖੁੱਲੀਆਂ, ਜਿਹਨੂੰ ਸਰਕਾਰ ਨੇ ਪਰਮਿਸ਼ਨ ਦਿੱਤੀ ਹੈ ਉਹੀ ਦੁਕਾਨਾਂ ਖੁੱਲੀਆਂ ਨੇ। ਸਰਕਾਰ ਨੇ ਫਿਰ ਪਰਮਿਸ਼ਨ ਤੁਹਾਨੂੰ ਕਿਉਂ ਦਿੱਤੀ? ਕੀ ਚੱਕਰ ਹੈ ਜੀ? ਸਰਕਾਰ ਕਹਿੰਦੀ ਹੈ ਵੀ ਤੁਹਾਡੀਆਂ ਦੁਕਾਨਾਂ ਖੁੱਲ੍ਹਣ ਨਾਲ ਕਰੋਨਾ ਫੈਲੂਗਾ। ਭਾਂਡਿਆਂ ਦੀਆਂ ਦੁਕਾਨਾਂ ਜੇ ਖੁੱਲਣਗੀਆਂ ਤਾਂ ਕਰੋਨਾ ਫੈਲੂਗਾ, ਜੇ ਕੱਪੜੇ ਦੀਆਂ ਦੁਕਾਨਾਂ ਖੁੱਲਣਗੀਆਂ ਤਾਂ ਕਰੋਨਾ ਫੈਲੂਗਾ, ਜੇ ਜੁੱਤੀਆਂ ਦੀਆਂ ਦੁਕਾਨਾਂ ਖੁੱਲਣਗੀਆਂ ਤਾਂ ਕਰੋਨਾ ਫੈਲੂਗਾ, ਜੇ ਮਨਿਆਰੀ ਦੀਆਂ ਦੁਕਾਨਾਂ ਖੁੱਲਣਗੀਆਂ ਤਾਂ ਕਰੋਨਾ ਫੈਲੂਗਾ। ਕੀ ਗੱਲ ਇਹਨਾਂ 'ਚ ਕਰੋਨਾ ਨਹੀਂ ਫੈਲਦਾ ਜੀ? ਨਹੀਂ, ਬਾਕੀ ਦੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਸਰਕਾਰ ਸਮਝਦੀ ਹੈ ਵੀ ਇਹ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੈ, ਹੁਣ ਕੱਲ੍ਹ ਨੂੰ ਇਹ ਦੁਕਾਨਦਾਰਾਂ ਨੂੰ ਵੀ ਸੋਚਣਾ ਪਊਗਾ ਵੋਟਾਂ ਪਾਉਣ ਲੱਗੇ ਵੀ ਸਾਡੀਆਂ ਵੋਟਾਂ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ। ਸਰਕਾਰ ਜਦੋਂ ਰੈਲੀਆਂ ਹੋ ਰਹੀਆਂ ਸੀ, ਸਰਕਾਰ ਤਾਂ ਐਡੇ ਐਡੇ ਇਕੱਠ ਕਰ ਰਹੀ ਸੀ ਤੇ ਆਮ ਲੋਕਾਂ ਨੂੰ ਦੱਬਿਆ ਜਾ ਰਿਹਾ। ਉਹਨਾਂ ਵਾਸਤੇ ਕਰੋਨਾ ਹੈ ਨਹੀਂ? ਕੀ ਗੱਲ ਵੀ ਆਮ ਲੋਕਾਂ ਵਾਸਤੇ ਕਰੋਨਾ ਸਿਰਫ? ਇੱਕ ਸਪਸ਼ਟ ਗੱਲ ਹੈ, ਜਿੰਨਾ ਚਿਰ ਤੱਕ ਬੰਗਾਲ ਦੇ ਵਿੱਚ ਚੋਣਾਂ ਨਹੀਂ ਹੋਈਆਂ ਸੀਗੀਆਂ ਉਹਨਾਂ ਚਿਰ ਤੱਕ ਉੱਥੇ ਕਰੋਨਾ ਨਹੀਂ ਸੀਗਾ। ਸਿੰਘੂ ਬਾਰਡਰ 'ਤੇ ਐਡਾ ਜ਼ਿਮੀਂਦਾਰ ਤਬਕਾ ਬੈਠਾ ਹੈ, ਤੁਸੀਂ ਦੱਸੋ ਵੀ ਉੱਥੇ ਕੋਈ ਕਰੋਨਾ ਦਾ ਕੇਸ ਆਇਆ? ਇੱਕ ਕੇਸ ਆਇਆ ਹੋਵੇ ਤੁਸੀਂ ਤਾਂ ਕਹੋ। ਇਹ ਤਾਂ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਹੈ ਵੀ ਡਰਾ ਕੇ ਰੱਖੋ। ਔਰ ਦੁਕਾਨ ਅੰਗਰੇਜ਼ਾਂ ਵਾਲੀ ਪਾਲਿਸੀ ਆ ਜਾਂਦੀ ਹੈ ਮੇਨ, ਡਿਵਾਈਡ ਐਂਡ ਰੂਲ, ਫੁੱਟ ਪਾਓ, ਰਾਜ ਕਰੋ। ਹਾਂਜੀ, ਆਪਣਾ ਕਾਹਦਾ ਬਿਜ਼ਨਸ ਹੈ ਜੀ? ਸਾਡੀ ਟੇਲਰ ਦੀ ਸ਼ਾਪ ਆ ਜੀ, ਉਰੇ ਮੇਨ ਬਾਜ਼ਾਰ ਦੇ ਵਿੱਚ। ਅਸੀਂ ਗਵਰਨਮੈਂਟ ਨੂੰ ਇਹੀ ਰਿਕੁਐਸਟ ਕਰਨੀ ਚਾਹੁੰਦੇ ਹਾਂ ਕਿ ਜਾਂ ਤਾਂ ਸਾਰਾ ਬਾਜ਼ਾਰ ਖੁਲਾਵੇ, ਨਹੀਂ ਸਭ ਨੂੰ ਬੰਦ ਕਰਾਵੇ। ਕਿ ਸਾਡੇ ਤਾਂ ਪੇਟ ਲੱਗਿਆ, ਰੱਬ ਨੇ ਲਾਇਆ, ਸਾਡਾ ਵੀ ਪਰਿਵਾਰ ਆ। ਇਹ ਤਾਂ ਨਹੀਂ ਕਿ ਕੋਈ ਸਬਜ਼ੀ ਵਾਲਿਆਂ ਦਾ ਕੋਈ ਜ਼ਿਆਦਾ ਪਰਿਵਾਰ ਆ, ਉਹਨਾਂ ਕੋਲ ਕਰੋਨਾ ਨਹੀਂ, ਸਾਡੇ ਕੋਲ ਕਰੋਨਾ ਆਉਂਦਾ ਜੀ। ਇਸ ਕਰਕੇ ਅਸੀਂ ਇਹੀ ਕਹਿੰਦੇ ਗਵਰਨਮੈਂਟ ਨੂੰ ਕਿ ਜਾਂ ਤਾਂ ਸਾਰਾ ਬਾਜ਼ਾਰ ਖੁਲਾਇਆ ਜਾਵੇ ਜਾਂ ਫਿਰ ਸਾਰਾ ਬਾਜ਼ਾਰ ਬੰਦ ਕਰਾਇਆ ਜਾਵੇ। ਇਹ ਕਹਿੰਦੇ ਭਾਂਡੇ ਵਾਲੀ ਦੁਕਾਨ ਸਾਡੀ ਬੰਦ ਪਈ ਹੈ ਵੀ ਕਰੋਨਾ ਫੈਲਦਾ, ਤੇ ਆਹ ਦੁਕਾਨ ਖੁੱਲੀ ਪਈ ਹੈ, ਕੀ ਚੱਕਰ? ਇਹ 'ਚ ਕਰੋਨਾ ਨਹੀਂ ਫੈਲਦਾ? ਹਾਂਜੀ ਬਿਲਕੁਲ ਸਹੀ ਹੈ। ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਉੱਥੇ ਕੋਈ ਕਰੋਨਾ ਨਹੀਂ, ਸਾਡੀਆਂ ਦੁਕਾਨਾਂ ਬੰਦ ਆ, ਉਹਦੇ ਵਿੱਚ ਇਹਨਾਂ ਨੇ ਕਰੋਨਾ ਵਾੜਤਾ। ਇਹ ਕਾਹਦੇ ਲਈ? ਉਹ ਵੈਸੇ ਦੇਖਿਆ ਜਾਵੇ ਦੁਕਾਨਾਂ ਵੱਧ ਬੰਦ ਪਈਆਂ ਨੇ ਤੇ ਤੁਹਾਡੀ ਯੂਨਿਟੀ ਜ਼ਿਆਦਾ ਹੈ, ਤੁਸੀਂ ਵਿਰੋਧ ਤਾਂ ਕਰ ਸਕਦੇ ਹੋ ਸਰਕਾਰ ਦਾ ਨਾ? ਵਿਰੋਧ ਤਾਂ ਕਰ ਸਕਦੇ। ਵਿਰੋਧ ਕਰੀਏ ਕਿਵੇਂ ਦੱਸੋ ਤੁਸੀਂ? ਫਿਰ ਯਾਰ ਡਾਂਗਾ ਪੈਣਗੀਆਂ ਜੀ ਵਿਰੋਧ ਕਰੋਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਬੁਰਾ ਹਾਲ ਹੈ, ਦੁਕਾਨਾਂ ਬੰਦ ਪਈਆਂ ਨੇ, ਕੋਈ ਕਿਧਰ ਪਾਸਿਓਂ ਪੈਸਾ ਨਹੀਂ ਆ ਰਿਹਾ, ਬੇਰੁਜ਼ਗਾਰੀ ਫੈਲੀ ਹੋਈ ਹੈ।